प्रवीण जी ਕਿਹੜੇ ਵਾਰਡ ਤੋਂ ਇਲੈਕਸ਼ਨ ਲੜ ਰਹੇ ਜੀ? वार्ड नंबर 1 तो जी। क्या नाम है ਜਿਹੜੇ ਕੈਂਡੀਡੇਟ ਹੈ ਜੀ? केसरी देवी मेरे वाइफ है। ਆਮ ਆਦਮੀ ਪਾਰਟੀ ਤੋਂ ਜੀ? आम आदमी पार्टी तो लड़ रहे हैं जी। आम आदमी पार्टी ने मौका दिता मैनू तो मैं वार्ड की सेवा करन दा ते मैं उन्हों का बहुत बहुत शुक्रगुजार हाँ कि आम आदमी पार्टी ने मैनू मौका दिता है। प्रवीण जी किन्हां मुद्दे ਨੂੰ ਲੈ ਕੇ ਤੁਸੀਂ ਇਲੈਕਸ਼ਨ ਜਾ ਰਹੇ ਜੀ? देखो सब तो बड़ा मुद्दा ਜਿਹੜਾ पिछला करप्शन काफ़ी टाइम तो बहुत ज़्यादा नंगल ਦੇ कमेटी ਦੇ ਵਿੱਚ ਹੋਈ है। ਇਹਨਾਂ ਨੂੰ ਪੇਵਰਾਂ ਦਾ ਇੱਕ ਸ਼ਹਿਰ ਬਣਾ ਦਿੱਤਾ ਗਿਆ ਔਰ ਗ੍ਰੀਨਰੀ ਖਤਮ ਕੀਤੀ ਗਈ। ਅਵਾਰਾ ਪਸ਼ੂਆਂ ਦਾ ਬਹੁਤ ਜ਼ਿਆਦਾ ਲੋਕਾਂ ਦੇ ਡੈਥ ਵੀ ਹੋ ਗਈ ਹੈ ਕਈਆਂ ਦੀ ਤੇ ਜਗ੍ਹਾ ਜਗ੍ਹਾ ਤੇ ਅਵਾਰਾ ਪਸ਼ੂ ਘੁੰਮ ਰਹੇ ਨੇ। ਸ਼ਹਿਰ ਦੇ ਵਿੱਚ ਗੰਦਗੀ ਦਾ ਨਾਲ ਜਗ੍ਹਾ ਜਗ੍ਹਾ ਢੇਰ ਲੱਗੇ ਪਏ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਵਾਰਡ ਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਅਤੇ ਵੋਟ ਮੰਗ ਰਿਹਾ। ਪ੍ਰਵੀਨ ਜੀ ਤੁਸੀਂ ਇੱਕ ਸੋਸ਼ਲ ਵਰਕਰ ਸੀ, ਤੁਸੀਂ ਇੱਕ ਐਨਜੀਓ ਚਲਾਉਂਦੇ, ਕੀ ਨਾਮ ਹੈ ਜੀ ਉਹਦਾ? ਗ੍ਰੀਨ ਅਰਥ। ਗ੍ਰੀਨ ਅਰਥ ਤੁਸੀਂ ਐਨਜੀਓ ਚਲਾਉਂਦੇ ਆ। ਐਨਜੀਓ ਚਲਾਉਂਦੇ ਤੁਹਾਨੂੰ ਇੱਕਦਮ ਕੀ ਹੋਇਆ ਕਿ ਤੁਸੀਂ ਰਾਜਨੀਤੀ 'ਚ ਆਏ? ਰਾਜਨੀਤੀ 'ਚ ਆਏ ਤਾਂ ਇੱਕ ਨਵੀਂ ਪਾਰਟੀ ਜਿਹੜੀ ਹਲੇ ਪੰਜਾਬ 'ਚ ਆਪਣਾ ਸ਼ੁਰੂਆਤ ਕਰ ਰਹੀ ਹੈ, ਬਿਲਕੁਲ ਆਮ ਆਦਮੀ ਪਾਰਟੀ, ਉਹ ਜੁਆਇਨ ਕੀਤੀ, ਐਸਾ ਕੀ ਕਾਰਨ ਹੋਇਆ? ਇਸ ਤਰ੍ਹਾਂ ਹੈ ਜੀ ਕਿ ਮੈਂ ਬਹੁਤ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਂ ਕੋਈ ਰਾਜਨੀਤਿਕ ਹੁਣ ਵੀ ਕੋਈ ਰਾਜਨੀਤਿਕ ਬੰਦਾ ਨਹੀਂ ਹੈ। ਮੈਂ ਬਹੁਤ ਵਧੀਆ ਜੌਬ ਸੀ ਮੇਰੀ PACL ਦੇ ਵਿੱਚ। ਮੈਂ ਬਹੁਤ ਵਧੀਆ ਜੌਬ ਕਰ ਰਿਹਾ ਸੀ ਐਜ਼ ਏ ਹੈਲਥ ਆਫਿਸਰ। ਮੇਰਾ ਡੈਜ਼ਿਗਨੇਸ਼ਨ ਹੋ ਗਿਆ ਸੀ। ਵੈਸੇ ਬੇਸਿਕਲੀ ਮੈਂ ਫਾਰਮਾਸਿਸਟ ਹੈ, ਲੇਕਿਨ ਪ੍ਰਮੋਸ਼ਨ ਕਰਕੇ ਮੈਨੂੰ ਹੈਲਥ ਆਫਿਸਰ ਬਣਾ ਦਿੱਤਾ ਗਿਆ ਸੀ। ਲੇਕਿਨ ਆ ਪਿਛਲੇ 3-4 ਮਹੀਨੇ ਦੇ ਉੱਤੋਂ ਕਾਫੀ ਜ਼ਿਆਦਾ PACL ਦੇ ਵਿੱਚ ਉਥਲ ਪੁਥਲ ਆਈ ਹੈ, ਜਿਸ ਦੇ ਕਰਕੇ ਮੈਨੂੰ ਇਹ ਪੰਗਾ ਲੈਣਾ ਪਿਆ ਕਿ ਉਹਨਾਂ ਨੇ ਮੈਨੂੰ 31 ਦਸੰਬਰ ਨੂੰ ਜਬਰੀ ਰਿਟਾਇਰ ਕਰ ਦਿੱਤਾ। ਮੈਨੂੰ ਇਕੱਲੇ ਨੂੰ ਨਹੀਂ, PACL ਦੇ ਵਿੱਚ ਬਹੁਤ ਬੁਰਾ ਹਾਲ ਹੋਇਆ। ਕੁਛ ਬੰਦੇ ਉਹਨਾਂ ਨੇ ਟਰਾਂਸਫਰ ਕਰ ਦਿੱਤੇ ਬੜੀ ਦੂਰ ਦੂਰ, ਤਕਰੀਬਨ 44 ਆਦਮੀ ਦੇ ਕਰੀਬ ਉਹ ਟਰਾਂਸਫਰ ਕੀਤੇ ਹੈਗੇ ਰੈਗੂਲਰ EMPLOYE ਜਿਹੜੇ ਹੈ, ਔਰ ਬੇਘਰ ਹੋ ਗਏ। ਅਤੇ ਸਾਡੇ 32 ਬੰਦੇ ਜਿਹੜੇ ਹੈ 31 ਦਸੰਬਰ ਨੂੰ ਇਹਨਾਂ ਨੇ ਜੋ ਸਾਡੀ ਅਪਾਇੰਟਮੈਂਟ ਲੈਟਰ 'ਤੇ 60 ਸਾਲ ਉਮਰ ਲਿਖੀ ਹੋਈ ਸੀ, ਲੇਕਿਨ ਇਹਨਾਂ ਨੇ ਕੋਈ ਚਾਲ ਚੱਲ ਕੇ ਸਾਨੂੰ ਜ਼ਬਰੀ ਕਿਹਾ ਕਿ ਜੇ ਤੁਸੀਂ ਨਹੀਂ ਰਿਟਾਇਰਮੈਂਟ ਲੈਣੀ, 50 ਸਾਲ ਤੋਂ ਉੱਪਰ ਜਿੰਨੇ ਬੰਦੇ ਸੀ, ਵੀ ਤੁਸੀਂ ਅਗਰ ਰਿਟਾਇਰਮੈਂਟ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਅਸੀਂ ਟਰਾਂਸਫਰ ਕਰ ਦਾਂਗੇ। ਹੋਰ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਇਹਨਾਂ ਨੇ ਮੇਰੇ ਕੋਲੋਂ ਜ਼ਬਰਦਸਤੀ ਉਹ ਲਿਖਵਾ ਲਿਆ ਕਿ ਰਿਟਾਇਰਮੈਂਟ ਤੁਸੀਂ ਲੈ ਲਓ, ਅਤੇ ਮੈਨੂੰ ਜਬਰੀ ਰਿਟਾਇਰਮੈਂਟ ਲੈਣੀ ਪਈ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਨਹੀਂ, ਇਹ ਤਾਂ ਕੰਮ ਬੜਾ ਖ਼ਰਾਬ ਹੈ, ਅਤੇ ਫਿਰ ਮੈਂ ਸਮਾਜ ਸੇਵਾ ਕਰਨ ਦਾ ਸੋਚਿਆ ਕਿ ਚਲੋ ਮੈਂ ਇਸ ਆਮ ਆਦਮੀ ਪਾਰਟੀ ਮੈਨੂੰ ਮੌਕਾ ਦੇ ਰਹੀ ਹੈ, ਅਤੇ ਫਿਰ ਮੈਂ ਉਹ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਕੇ ਤਾਂ ਸਮਾਜ ਦੀ ਸੇਵਾ ਕਰਨ ਦਾ ਇੱਕ ਪ੍ਰਣ ਲਿਆ ਹੈ। PACL ਦੀ ਤੁਸੀਂ ਗੱਲ ਕੀਤੀ, PACL ਤੁਹਾਨੂੰ ਲੱਗਦਾ ਜੋ ਕੁਝ ਵੀ ਹੋਇਆ ਸਾਰਾ ਘੁਟਾਲਾ ਸੀ, ਧੱਕਾ ਸੀ EMPLOYEES ਨਾਲ? ਬਹੁਤ ਵੱਡਾ ਘੁਟਾਲਾ ਸੀ ਜੀ। ਦੇਖੋ, ਇੱਕ ਜਿਹੜਾ ਯੂਨਿਟ 2019 ਦੇ ਵਿੱਚ 55 ਕਰੋੜ ਰੁਪਏ ਦਾ ਪ੍ਰੋਫਿਟ ਕੱਢਦਾ ਹੋਵੇ ਔਰ 2020 ਦੇ ਵਿੱਚ ਉਸਨੂੰ ਮਹਿਜ਼ 42 ਕਰੋੜ ਰੁਪਏ ਦੇ ਵਿੱਚ ਵੇਚ ਦੇਣਾ, ਜਿਸ ਦੀ ਲੈਂਡ ਹੀ 300 ਕਰੋੜ ਰੁਪਏ ਤੋਂ ਉੱਪਰ ਹੈ। ਬਾਕੀ ਕਿੱਡੀ ਵੱਡੀ ਫੈਕਟਰੀ ਹੈ ਔਰ ਰੋਜ਼ ਦਾ ਤਕਰੀਬਨ 1 ਕਰੋੜ ਰੁਪਏ ਤੋਂ ਉੱਪਰ ਦਾ ਮਾਲ ਉੱਥੇ ਵਿਕਦਾ ਹੈ, ਅਤੇ ਕਿੰਨੇ ਲੋਕ ਉੱਥੇ ਜੁੜੇ ਹੋਏ ਹੈ ਉਸ ਫੈਕਟਰੀ ਦੇ ਨਾਲ, ਰੁਜ਼ਗਾਰ ਕਿੰਨੇ ਲੋਕਾਂ ਨੂੰ ਮਿਲਿਆ ਹੋਇਆ ਸੀ। ਉਹ ਬਹੁਤ ਵੱਡਾ ਘੁਟਾਲਾ ਕਰਕੇ ਇਹ ਜਿਹੜੀ ਇਹਨਾਂ ਨੇ ਫੈਕਟਰੀ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੀ, ਔਰ ਉਹ ਪ੍ਰਾਈਵੇਟ ਲਾਲਾ ਵੀ ਉਹਦਾ ਕੋਈ ਵਜੂਦ ਨਹੀਂ ਹੈ, ਕੋਈ ਵੱਡੀ ਕੰਪਨੀ ਨਹੀਂ ਹੈ, ਛੋਟੀ ਜਿਹੀ ਕੰਪਨੀ ਜੋ ਸਾਡੇ ਕੋਲੋਂ ਪਹਿਲਾਂ PACL ਤੋਂ ਹੀ ਇੱਕ ਕਲੋਰੀਨ ਗੈਸ ਲੈ ਕੇ ਆਪਣੇ ਉਹ ਫਲੈਕਸ ਬਣਾ ਕੇ ਕੁਛ ਮਟੀਰੀਅਲ ਅੱਗੇ ਬਣਾ ਕੇ ਵੇਚ ਰਿਹਾ ਸੀ। ਉਸ ਬੰਦੇ ਨੂੰ ਮਹਿਜ਼ ਛੋਟਾ ਜਿਹਾ ਯੂਨਿਟ ਨੂੰ ਇਹਨਾਂ ਨੇ ਐਡੀ ਬੜੀ ਫੈਕਟਰੀ ਉਹ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੀ, ਅਤੇ ਉਸ ਦਾ ਖਮਿਆਜ਼ਾ ਜਿਹੜਾ ਹੈ ਨੰਗਲ ਦੇ ਆਮ ਲੋਕਾਂ ਨੂੰ ਭੁਗਤਣਾ ਪਿਆ, ਜਿਸ ਦੇ ਵਿੱਚ ਕੈਜੂਅਲ ਵਰਕਰ ਸਾਡੇ 200 ਦੇ ਕਰੀਬ। ਮੈਨੂੰ ਉਸ ਵੇਲੇ ਦੇਖ ਕੇ ਖੁਦ ਰੋਣਾ ਆ ਗਿਆ ਕਿ 200 ਦੇ ਕਰੀਬ ਵਰਕਰ ਜਿਹੜਾ ਹੈ ਉਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਡਿਊਟੀ ਆਇਆ, ਔਰ ਡਿਊਟੀ ਆਉਂਦੇ ਸਾਰ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੁਸੀਂ ਡਿਊਟੀ ਨਹੀਂ ਹੈ ਜੀ, ਅੱਜ ਤੁਹਾਡੀ ਡਿਊਟੀ ਨਹੀਂ ਹੈ, ਅੱਜ ਤੋਂ ਨੌਕਰੀ ਖਤਮ। ਉਹ ਰੋਂਦੇ ਗਏ ਵਿਚਾਰੇ, ਔਰ ਜਿਨ੍ਹਾਂ ਨੂੰ 20-20 ਸਾਲ 25-25 ਸਾਲ ਹੋ ਗਏ ਸੀ, ਕੈਜੂਅਲ ਵਰਕਰ 7-8 ਹਜ਼ਾਰ ਰੁਪਇਆ ਤਨਖਾਹ ਲੈਣ ਵਾਲੇ ਬੰਦੇ, ਔਰ ਉਹਨਾਂ ਨੂੰ ਇੱਕਦਮ ਇਹਨਾਂ ਨੇ ਝਟਕਾ ਦਿੱਤਾ।
ਤੇ ਉਹ ਵਿਚਾਰੇ ਰੋਂਦੇ ਗਏ। ਬਹੁਤ ਵੱਡਾ ਘੁਟਾਲਾ ਹੈ ਜੀ। ਤੁਹਾਨੂੰ ਲੱਗਦਾ ਕਿ ਇਹ ਜਿਹੜੇ PSL ਦਾ ਮਸਲਾ ਸੀ, PSL ਵਿਕਣ ਦਾ ਮਸਲਾ ਹੈ, ਇਹ ਇਹਨਾਂ ਕੌਂਸਲ ਦੇ ਚੁਣਾਵਾਂ ਵਿੱਚ ਕੋਈ ਅਹਿਮ ਰੋਲ ਪਲੇ ਕਰੂਗਾ? ਬਿਲਕੁਲ ਕਰੇਗਾ ਜੀ, ਬਿਲਕੁਲ ਕਰੇਗਾ। ਹਰ ਇੱਕ ਵਾਰਡ ਦੇ ਵਿੱਚ ਕੋਈ ਨਾ ਕੋਈ EMPLOYE, ਕੋਈ ਨਾ ਕੋਈ ਟਰੱਕ ਡਰਾਈਵਰ, ਕੋਈ ਨਾ ਕੋਈ ਕੈਜੂਅਲ ਵਰਕਰ, ਹਰ ਇੱਕ ਹੈ ਉਹ ਦੁਖੀ ਹੈ, ਤੇ ਇਸ ਕਰਕੇ ਉਹ ਬਹੁਤ ਵੱਡਾ ਮੁੱਦਾ ਬਣੇਗਾ। ਤੁਹਾਡੀ ਆਮ ਆਦਮੀ ਪਾਰਟੀ ਨੇ ਇਹਦੇ ਖਿਲਾਫ ਇੱਕ ਆਵਾਜ਼ ਵੀ ਚੁੱਕੀ ਸੀ, ਧਰਨੇ ਵੀ ਲਾਏ ਸੀ ਉਸ 'ਤੇ। ਤੁਹਾਨੂੰ ਕੀ ਲੱਗਦਾ ਕਿ ਉਹ ਇਹਨੂੰ ਪੂਰਾ ਅੱਗੇ ਤੱਕ ਨਹੀਂ ਕਾਮਯਾਬ ਰਹੇ ਕਿ ਨਹੀਂ ਰਹੇ? ਦੇਖੋ, ਆਮ ਆਦਮੀ ਪਾਰਟੀ ਹਲੇ ਨੰਗਲ ਦੇ ਵਿੱਚ ਬਹੁਤ ਵੱਡਾ ਵਜੂਦ ਨਹੀਂ ਸੀ। ਹੌਲੀ ਹੌਲੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਉਸ ਵੇਲੇ ਉਹਨਾਂ ਨੇ ਆਪਣਾ ਮੁੱਦਾ ਚੱਕਿਆ ਸੀ, ਕਾਫੀ ਵੱਡੇ ਲੈਵਲ 'ਤੇ ਵੀ ਚੁੱਕਿਆ ਸੀ, ਧਰਨਾ ਵੀ ਲਗਾਇਆ ਸੀ। ਤੇ ਲੇਕਿਨ ਗੌਰਮੈਂਟ ਪਾਵਰ ਦੇ ਵਿੱਚ ਇਸ ਵੇਲੇ ਕਾਂਗਰਸ ਹੈ, ਤੇ ਉਸ ਲਈ ਬਹੁਤਾ ਉਹ ਨਹੀਂ ਕਾਮਯਾਬ ਹੋ ਪਾਏ। ਲੇਕਿਨ ਅਗਰ ਸਾਨੂੰ ਹੁਣ ਥੋੜ੍ਹਾ ਜਿਹਾ ਰਿਸਪੌਂਸ ਲੋਕ ਦੇਣ, ਸਾਨੂੰ ਥੋੜ੍ਹੀ ਜਿਹੀ ਕੌਂਸਲ ਦੇ ਵਿੱਚ ਅਸੀਂ ਆਈਏ, ਅਤੇ ਬਾਅਦ ਵਿੱਚ 2022 ਵਿੱਚ ਜਿੱਦਾਂ ਸਟੇਟ ਦੇ ਇਲੈਕਸ਼ਨ ਆ ਰਹੇ ਹੈਗੇ ਆ, ਅਤੇ ਉਹਦੇ ਵਿੱਚ ਲੋਕ ਥੋੜ੍ਹਾ ਹੁੰਗਾਰਾ ਸਾਨੂੰ ਵਧੀਆ ਦੇਣ, ਅਤੇ ਫਿਰ ਆਪਾਂ ਇਹ ਮੁੱਦਾ ਜ਼ੋਰ ਨਾਲ ਉਠਾਵਾਂਗੇ। ਤੁਸੀਂ ਗੱਲ ਕੀਤੀ ਅਵਾਰਾ ਪਸ਼ੂਆਂ ਦੀ। ਹਾਂਜੀ। ਪਿਛਲੇ ਦਿਨਾਂ ਸਰਕਾਰ ਨੇ ਜਾਂ ਕੌਂਸਲ ਨੇ ਅਵਾਰਾ ਪਸ਼ੂਆਂ ਨੂੰ ਲੈ ਕੇ ਇੱਕ ਗੱਡੀ ਲਈ ਸੀ, ਜਿਹਦੇ ਨਾਲ ਅਵਾਰਾ ਪਸ਼ੂ ਚੱਕ ਕੇ ਗਊਸ਼ਾਲਾ ਭੇਜ ਦਿੱਤੀ। ਬਿਲਕੁਲ। ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕੋਈ ਸਮੱਸਿਆ ਹੱਲ ਹੋਈ ਹੈ? ਬਿਲਕੁਲ ਨਹੀਂ ਹੋਈ ਜੀ। ਉਹ ਸਿਰਫ ਉਹਨਾਂ ਦੀਆਂ ਇੱਕ ਪੋਲੀਟੀਕਲ ਹੀ ਇੱਕ ਲੈਵਲ 'ਤੇ ਗੱਲ ਰਹਿ ਗਈ। ਉਹਨਾਂ ਨੇ ਰੋਟੀਆਂ ਸੇਕਣ ਦਾ ਆਪਣਾ ਕੰਮ ਕੀਤਾ ਹੈ ਪਾਰਟੀ ਨੇ। ਅਦਰਵਾਈਜ਼ ਜੇ ਕਿ ਦੇਖਿਆ ਜਾਵੇ ਤਾਂ ਅੱਜ ਦੀ ਡੇਟ ਵਿੱਚ ਵੀ ਅਵਾਰਾ ਪਸ਼ੂ ਹਰ ਇੱਕ ਵਾਰਡ ਦੇ ਵਿੱਚ, ਗਲੀ ਗਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ। ਕੋਈ ਉਹਦਾ ਫਾਇਦਾ ਨਹੀਂ ਹੈ। ਗੱਡੀ ਉਹ ਇੱਕ ਸਮਝ ਕੇ ਉਲਟਾ ਕੌਂਸਲ ਨੇ ਗੱਡੀ ਲੈ ਕੇ ਆਪਣੇ 'ਤੇ ਖਰਚਾ ਹੀ ਪਾਇਆ ਹੈ, ਲੇਕਿਨ ਕੰਮ ਕੋਈ ਨਹੀਂ ਹੋ ਰਿਹਾ। ਪਿਛਲੇ ਸਮੇਂ 'ਚ ਇਸ ਵਾਰਡ ਦੀ ਇੱਕ ਸਮੱਸਿਆ ਰਹੀ ਹੈ, ਸੀਵਰੇਜ ਦੀ ਲਾਈਨ ਨੂੰ ਲੈ ਕੇ। ਇੱਕ ਪਹਿਲ ਵੈਲਫੇਅਰ ਨੇ ਕਾਫੀ ਮਸਲੇ ਚੱਕੇ ਸੀ, ਪਾਣੀ ਦੀ ਸਮੱਸਿਆ ਲੈ ਕੇ ਚੱਕੇ ਸੀ। ਤੁਹਾਨੂੰ ਲੱਗਦਾ ਕਿ ਉਹ ਮਸਲੇ ਜਾਇਜ਼ ਸੀ? ਬਿਲਕੁਲ, ਨੋ ਡਾਊਟ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਸੀਵਰੇਜ ਦੀ ਪ੍ਰੋਬਲਮ ਹੈ ਸਾਡੇ ਵਾਰਡ ਦੇ ਵਿੱਚ। ਕੁਝ ਘਰ ਜਿਨ੍ਹਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਈਆ ਲਗਾ ਕੇ ਆਪਣੀਆਂ ਕੋਠੀਆਂ ਬਣਾਈਆਂ, ਹਾਲੇ ਤੱਕ ਉੱਥੇ ਸੀਵਰੇਜ ਦੀ ਵਿਵਸਥਾ ਨਹੀਂ। ਔਰ ਐਡੀ ਵੱਡੀ ਸਾਡੀ ਕਮੇਟੀ ਹੈ, ਐਡਾ ਵੱਡਾ ਬਜਟ ਹੈ, ਲੇਕਿਨ ਫਿਰ ਵੀ ਹਾਲੇ ਲੋਕ ਉਹ ਵਾਂਝੇ ਹੈਗੇ ਹੈ ਸੀਵਰੇਜ ਤੋਂ। ਬਹੁਤ ਵੱਡਾ ਲੋਕਾਂ ਦੀ ਮੰਗ ਸੀਗੀ ਇਹ। ਹਾਂ, ਇੱਕ ਪਹਿਲ ਵੈਲਫੇਅਰ ਸੁਸਾਇਟੀ ਨੇ ਉਹ ਮੰਗ ਠੀਕ ਉਠਾਈ ਸੀ, ਪਰ ਉਹ ਇੱਕ ਪੋਲੀਟੀਕਲ ਸਟੰਟ ਵੀ ਲੱਗਦਾ ਸੀ ਕਿ ਇਲੈਕਸ਼ਨ ਆ ਗਿਆ ਤਾਂ ਤੁਸੀਂ ਇਹ ਮੰਗ ਲੈ ਕੇ ਧਰਨੇ ਲਾ ਲਓ ਜਾਂ ਕੁਝ ਕਰ ਲਓ। ਉਹ ਇੱਕ ਪੋਲੀਟੀਕਲ ਡਰਾਮਾ ਜਿਹਾ ਵੀ ਉਹਦੇ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਸੀ। ਤੁਹਾਡੀ ਵੱਲੋਂ ਉਹਨਾਂ ਲੋਕਾਂ ਵਾਸਤੇ ਕੀ ਕੀਤਾ ਜਾਊਗਾ ਜਿਹੜੇ ਦਾ ਸਭ ਤੋਂ ਵੱਡਾ ਪਹਿਲਾ ਇਹੀ ਉਪਰਾਲਾ ਰਹੇਗਾ ਕਿ ਮੈਂ, ਅਗਰ ਮੈਨੂੰ ਲੋਕੀ ਵੋਟਾਂ ਪਾ ਕੇ ਜਿਤਾਉਂਦੇ ਹੈਗੇ, ਕਰ ਕੌਂਸਲ 'ਚ ਮੈਂ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ ਲਈ ਵਾਅਦਾ ਕੀਤੇ ਹੈ ਕਿ ਮੈਂ ਸੀਵਰੇਜ ਦਾ ਉਹ ਕੰਮ ਦੁਬਾਰਾ ਸ਼ੁਰੂ ਕਰਵਾਵਾਂਗਾ, ਔਰ ਸੀਵਰੇਜ ਉੱਥੇ ਪਵੇਗਾ ਹੀ ਪਵੇਗਾ। ਤੁਸੀਂ ਆਪਣੇ ਲੋਕਾਂ ਤੋਂ, ਆਪਣੇ ਵੋਟਰਾਂ ਤੋਂ ਕੀ ਅਪੀਲ ਕਰਦੇ ਹੋ? ਦੇਖੋ, ਮੈਂ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਮਾਡਲ ਹੈ, ਤੁਹਾਡੇ ਸਾਹਮਣੇ ਹੀ ਹੈ। ਲੋਕੀ ਪੂਰੇ ਵਰਲਡ ਦੇ ਵਿੱਚ ਇਸ ਵੇਲੇ ਕੇਜਰੀਵਾਲ ਦੀ ਸਰਕਾਰ ਨੂੰ ਸਰਾਹਨਾ ਕਰ ਰਹੇ ਨੇ, ਉਹਦਾ ਮਾਡਲ ਦੇਖ ਰਹੇ ਨੇ। ਅਤੇ ਉਸ ਗੱਲ ਨੂੰ ਲੈ ਕੇ ਮੈਂ ਲੋਕਾਂ 'ਚ ਅਪੀਲ ਕਰਦਾ ਹਾਂ ਕਿ ਅਗਰ ਤੁਸੀਂ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਨੰਗਲ ਸ਼ਹਿਰ ਵਿੱਚ ਵੀ ਉਹੀ ਮਾਡਲ ਪੇਸ਼ ਕਰਾਂਗੇ ਜੋ ਦਿੱਲੀ ਦੇ ਵਿੱਚ ਹੈ।